ਅੱਜ ਮੇਰਾ ਇੱਥੇ ਬੋਲਣ ਦਾ ਵਿਸ਼ਾ ਹੈ ਸੰਤ ਰਾਮਦਾਸ ਜੀ ਦੀ ਕਾਵਿ ਭਾਸ਼ਾ ਦਾ ਅਧਿਐਨ। ਲੋਕ ਧਾਰਕ ਸਮੱਗਰੀ ਦੀ ਵਰਤੋਂ ਦੇ ਵਿਸ਼ੇਸ਼ ਪ੍ਰਸੰਗ ਵਿੱਚ ਮਨੁੱਖੀ ਸੱਭਿਅਤਾ ਦੇ ਵਿਕਾਸ ਦੀਆਂ ਅਹਿਮ ਪ੍ਰਾਪਤੀਆਂ ਵਿੱਚੋਂ ਭਾਸ਼ਾ ਦਾ ਸਥਾਨ ਪ੍ਰਮੁੱਖ ਹੈ। ਮਨੁੱਖ ਨੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਭਾਸ਼ਾ ਰਾਹੀਂ ਹੀ ਕਰਨਾ ਹੁੰਦਾ ਹੈ। ਮਨੁੱਖ ਭਾਸ਼ਾ ਦੁਆਰਾ ਹੀ ਆਪਣੇ ਆਲੇ ਦੁਆਲੇ ਦੇ ਪ੍ਰਕਿਰਤਿਕ ਵਰਤਾਰਿਆਂ ਅਤੇ ਮਾਨਵੀ ਸੰਸਾਰ ਨੂੰ ਚਿਤਵਦਾ ਅਤੇ ਉਸ ਨੂੰ ਸੰਕਲਪੀ ਪੱਧਰ 'ਤੇ ਧਾਰਨ ਕਰਦਾ ਰਿਹਾ ਹੈ। ਭਾਸ਼ਾ ਹੀ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਮਨੁੱਖ ਜਾਤੀ ਨੇ ਲੰਮੇ ਇਤਿਹਾਸਿਕ ਪੜਾਵਾਂ ਵਿੱਚੋਂ ਗੁਜ਼ਰਦਿਆਂ ਆਪਣੇ ਅਨੁਭਵਾਂ ਅਤੇ ਤਜਰਬਿਆਂ ਰਾਹੀਂ ਗਿਆਨ ਪੈਦਾ ਅਤੇ ਸੰਗ੍ਰਹਿਤ ਕੀਤਾ ਹੈ ਅਤੇ ਉਸ ਨੂੰ ਅਗਲੇਰੀਆਂ ਨਸਲਾਂ ਤੱਕ ਸੰਚਾਰਿਆ ਹੈ। ਸੋ ਭਾਸ਼ਾ ਇੱਕ ਅਜਿਹਾ ਸਿਸਟਮ ਹੈ ਜਿਸ ਰਾਹੀਂ ਮਨੁੱਖ ਦੇ ਹੋਣ ਥੀਣ ਨੂੰ ਵਿਚਾਰਿਆ ਅਤੇ ਵਿਸ਼ਲੇਸ਼ਿਤ ਕੀਤਾ ਜਾਂਦਾ ਹੈ। ਕਵਿਤਾ ਮਨੁੱਖ ਦੇ ਹੋਣ ਥੀਣ ਦਾ ਹੀ ਪ੍ਰਗਟਾ ਰੂਪ ਹੈ ਜਿਸ ਦੀ ਸਿਰਜਣਾ ਦਾ ਆਧਾਰ ਭਾਸ਼ਾ ਹੈ। ਕਵਿਤਾ ਦੇ ਮਾਧਿਅਮ ਰਾਹੀਂ ਭਾਸ਼ਾ ਬਣਤਰ ਅਤੇ ਪ੍ਰਕਾਰਜੀ ਲਹਿਜ਼ਿਆਂ ਵਿੱਚ ਸਭ ਤੋਂ ਵਰਣਨਯੋਗ ਢੰਗ ਦੇ ਵਿੱਚ ਪੇਸ਼ ਹੁੰਦੀ ਹੈ, ਕਿਉਂਕਿ ਕਵਿਤਾ ਦੇ ਸੰਬੰਧ ਵਿੱਚ ਸਧਾਰਨ ਭਾਸ਼ਾ ਅਤੇ ਕਾਵਿ ਭਾਸ਼ਾ ਵਿੱਚ ਇੱਕ ਵਿੱਥ ਸਥਾਪਿਤ ਹੋ ਜਾਂਦੀ ਹੈ। ਇੱਥੇ ਰੋਮਨ ਜੈਕਬਸਨ ਕਾਵਿ ਭਾਸ਼ਾ ਦੇ ਸੰਬੰਧ ਵਿੱਚ ਲਿਖਦਾ ਹੈ ਕਿ ਕਾਵਿ ਭਾਸ਼ਾ ਵਿੱਚ ਸ਼ਬਦ ਦਾ ਇਸ ਤਰ੍ਹਾਂ ਇਸਤੇਮਾਲ ਹੁੰਦਾ ਹੈ ਕਿ ਅਰਥਾਂ ਵਿੱਚੋਂ ਅਗਾਂਹ ਅਰਥ ਨਿਕਲਦੇ ਰਹਿੰਦੇ ਹਨ ਅਤੇ ਅਰਥਾਂ ਦੀ ਇਹ ਖੇਡ ਲਗਾਤਾਰ ਚੱਲਦੀ ਰਹਿੰਦੀ ਹੈ। ਸ਼ਬਦਾਂ ਦੀ ਇਸ ਖੇਡ ਦੀ ਖਾਸ ਪੇਸ਼ਕਾਰੀ ਹੀ ਕਵਿਤਾ ਨੂੰ ਕਵਿਤਾ ਬਣਾਉਂਦੀ ਹੈ। ਜੇ.ਸੀ. ਰੈਂਸਮ ਦੇ ਸ਼ਬਦਾਂ ਵਿੱਚ ਕਾਵਿ ਦਾ ਸੰਬੰਧ ਸਮੂਰਤ ਅਤੇ ਸਥੂਲ ਜਗਤ ਵਿੱਚ ਹੋਣ ਕਾਰਨ ਉਸ ਦੀ ਭਾਸ਼ਾ ਚਿੱਤਰਮਈ ਅਤੇ ਅਲੰਕਾਰਕ ਹੁੰਦੀ ਹੈ। ਕਲਾ ਦੀ ਸ਼ਬਦਾਵਲੀ ਦੇ ਅੰਗ ਆਪਣੇ ਆਪ ਵਿੱਚ ਸਾਰਥਕ ਹੁੰਦੇ ਹਨ। ਕਾਵਿ ਭਾਸ਼ਾ ਕਿਸੇ ਵਸਤੂ ਜਾਂ ਵਿਅਕਤੀ ਬਾਰੇ ਨਹੀਂ ਲਿਖਦੀ, ਬਲਕਿ ਉਸ ਨੂੰ ਪੇਸ਼ ਕਰਦੀ ਹੈ। ਜਿੱਥੇ ਵਿਗਿਆਨ ਦੀ ਭਾਸ਼ਾ ਕੇਵਲ ਬੋਧ ਕਰਾਉਂਦੀ ਹੈ, ਉੱਥੇ ਕਾਵਿ ਦੀ ਭਾਸ਼ਾ ਭਾਵ ਉਤੇਜਕ ਹੁੰਦੀ ਹੈ। ਇਸ ਤਰ੍ਹਾਂ ਕਾਵਿ ਭਾਸ਼ਾ ਆਮ ਅਰਥਾਂ ਦਾ ਸੰਚਾਰ ਕਰਨ ਦੀ ਥਾਂ ਕਲਾਤਮਕ ਅਤੇ ਸੋਹਜਮਈ ਭਾਵਾਂ ਅਤੇ ਅਰਥਾਂ ਦਾ ਸੰਚਾਰ ਕਰਦੀ ਹੈ। ਕਵੀ ਨਵੀਆਂ ਭਾਸ਼ਾਈ ਜੁਗਤਾਂ ਅਤੇ ਸ਼ਬਦ ਜੜਤਾ ਰਾਹੀਂ ਕਾਵਿ ਭਾਸ਼ਾ ਅੰਦਰ ਪ੍ਰਗੀਤਕਤਾ ਦਾ ਅੰਸ਼ ਭਰਦਾ ਹੈ। ਸੋ ਸੰਤ ਰਾਮਦਾਸ ਜੀ ਦੀ ਕਵਿਤਾ ਸੰਬੰਧੀ ਇਹ ਗੱਲ ਨਿਖੜ ਕੇ ਸਾਹਮਣੇ ਆਉਂਦੀ ਹੈ ਕਿ ਆਮ ਲੋਕਾਂ ਵਿੱਚ ਉਸ ਦੀ ਕਵਿਤਾ ਦੀ ਮਕਬੂਲਤਾ ਦਾ ਕਾਰਨ ਕਾਵਿ ਭਾਸ਼ਾ ਵਿੱਚ ਵਰਤੀ ਗਈ ਲੋਕਧਾਰਾਈ ਸਮੱਗਰੀ ਹੈ, ਜਿਹੜੀ ਸੰਤ ਰਾਮਦਾਸ ਜੀ ਦੀ ਕਵਿਤਾ ਨੂੰ ਲੋਕ ਮੁਹਾਵਰੇ ਦੇ ਨੇੜੇ ਰੱਖਦੀ ਹੈ। ਕਾਵਿ ਸਿਰਜਣ ਦੇ ਇਤਿਹਾਸ ਵੱਲ ਝਾਤੀ ਮਾਰਿਆਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸਮੁੱਚੇ ਜਗਤ ਦੀ ਕਾਵਿ ਸਿਰਜਣਾ ਲੋਕਧਾਰਾਈ ਸਮੱਗਰੀ ਨੂੰ ਆਧਾਰ ਬਣਾ ਕੇ ਹੀ ਹੋਈ ਹੈ। ਇੰਝ ਇਹ ਸਿਰਜਣਾ ਜਿੱਥੇ ਲੋਕਧਾਰਾਈ ਰੂਪ ਹੋਣ ਕਰਕੇ ਪਹਿਲਾਂ ਹੀ ਲੋਕਾਂ ਵਿੱਚ ਹਰਮਨ ਪਿਆਰੀ ਹੁੰਦੀ ਹੈ, ਉੱਥੇ ਸ਼ਾਇਰ ਵੱਲੋਂ ਕੀਤੀ ਉਸ ਦੀ ਕਾਵਿ ਵਿੱਚ ਬੇਹੱਦ ਵਰਤੋਂ ਸੋਨੇ ਤੇ ਸੁਹਾਗੇ ਦਾ ਕਾਰਜ ਕਰਦੀ ਹੈ। ਅਸਲ 'ਚ ਹਰ ਯੁੱਗ ਦੇ ਸਾਹਿਤ ਸਿਰਜਕ ਨੇ ਲੋਕ ਧਾਰਕ ਸਿਰਜਣਾਵਾਂ ਨੂੰ ਰਚਨਾ ਦੀ ਸਿਰਜਣਾ ਦੀ ਪਿੱਠ ਭੂਮੀ ਵਿੱਚੋਂ ਸਹਿਜ ਸੁਭਾਅ ਹੀ ਅਪਣਾਇਆ ਹੁੰਦਾ ਹੈ। ਇਸ ਦਾ ਮੁੱਖ ਕਾਰਨ ਇਹ ਨਜ਼ਰ ਆਉਂਦਾ ਹੈ। ਇੱਥੇ ਮੈਂ ਡਾਕਟਰ ਨਾਹਰ ਸਿੰਘ ਦੀ ਇੱਕ ਜਿਹੜੀ ਟਿੱਪਣੀ ਹੈ ਉਹ ਦਰਜ ਕਰਾਂਗੀ। ਲੋਕਧਾਰਾ ਦਾ ਸਾਹਿਤ ਵਿੱਚ ਰੂਪਾਂਤਰਣ ਇਹ ਅਜਿਹੀ ਸਿਰਜਣਾਤਮਕ ਪ੍ਰਕਿਰਿਆ ਹੈ ਜਿਸ ਵਿੱਚ ਸਾਹਿਤਕਾਰ ਰਚਨਾ ਦੇ ਅਰਥ ਸੰਚਾਰ ਦੀਆਂ ਨਵੀਨ ਸੰਭਾਵਨਾਵਾਂ ਸਿਰਜਦਾ ਹੈ। ਇਸ ਤਰ੍ਹਾਂ ਲੋਕਧਾਰਾ ਸਾਹਿਤਕਾਰ ਲਈ ਸਾਹਿਤਕ ਪ੍ਰਗਟਾਵੇ ਅਤੇ ਸੱਭਿਆਚਾਰਕ ਅਨੁਭਵ ਦੋਹਾਂ ਧਰਾਤਲਾਂ ਉੱਤੇ ਸਿਰਜਣਾਤਮਕ ਪ੍ਰੇਰਕ ਵਜੋਂ ਕਿਰਿਆਸ਼ੀਲ ਰਹਿੰਦੀ ਹੈ। ਲੋਕਧਾਰਾ ਦੇ ਅਜਿਹੇ ਰੂਪਾਂਤਰਣ ਰਾਹੀਂ ਸਾਹਿਤਕਾਰ ਪ੍ਰਾਪਤ ਭਾਸ਼ਾ ਅਤੇ ਪ੍ਰਾਪਤ ਸੱਭਿਆਚਾਰ ਦੇ ਅਰਥ ਸੰਚਾਰ ਦੀਆਂ ਨਵੀਨ ਸੰਭਾਵਨਾਵਾਂ ਉਜਾਗਰ ਕਰਦਾ ਹੈ। ਸੰਤ ਰਾਮਦਾਸ ਜੀ ਲੋਕਧਾਰਕ ਸਮੱਗਰੀ ਦੀ ਵਰਤੋਂ ਵਿਚਾਰਧਾਰਕ ਅਤੇ ਸਾਹਿਤਕ ਦੋਹਾਂ ਪੱਧਰਾਂ ਉੱਤੇ ਕਰਦਾ ਹੈ। ਉਹ ਲੋਕਧਾਰਕ ਭਾਸ਼ਾਈ ਚਿੰਨ੍ਹਾਂ ਨੂੰ ਆਧੁਨਿਕ ਚੇਤਨਾ ਵਾਲੇ ਤਰਕ ਨਾਲ ਜੋੜਦਾ ਨਵੀਂ ਕਾਵਿ ਭਾਸ਼ਾ ਦਾ ਨਿਰਮਾਣ ਕਰਦਾ ਹੈ। ਇੱਥੇ ਉਹਦੀ ਕਵਿਤਾ ਦੀਆਂ ਲਾਈਨਾਂ ਨੇ। ਲੋਕੀ ਕਹਿੰਦੇ ਪੁੱਤਾਂ ਬਿਨਾਂ ਜੱਗ 'ਚ ਮਿਲਾਪ ਨੀ, ਮੈਂ ਤਾਂ ਕਹਾਂ ਜਿਹਦੇ ਧੀ ਨਾ ਉਹ ਤਾਂ ਸਹੀ ਬਾਪ ਨੀ, ਮੇਰੇ ਬੰਦਿਆਂ ਤੋਂ ਵੱਧ ਵੇਖੀ ਜੇਰੇ, ਚਿੱਤ ਨਾ ਡੁਲਾਈ ਬਾਬਲਾ। ਸਾਡੇ ਪੰਜਾਬੀ ਸਮਾਜ ਦੀ ਲੋਕ ਧਾਰਨਾ ਹੈ ਕਿ ਜੱਗ 'ਚ ਸਿਰਫ ਪੁੱਤਾਂ ਕਰਕੇ ਹੀ ਪੈ ਸਕਦਾ ਹੈ ਜਾਂ ਪੁੱਤਾਂ ਦੁਆਰਾ ਦਿੱਤੀ ਚਿਤਾ ਨੂੰ ਅੱਗ ਹੀ ਬੰਦੇ ਦੀ ਗਤੀ ਕਰਵਾ ਸਕਦੀ ਹੈ। ਉਦਾਸੀ ਦੀ ਕਵਿਤਾ ਅਜਿਹੀ ਪਰੰਪਰਕ ਮਾਨਸਿਕਤਾ ਦਾ ਆਧੁਨਿਕ ਚੇਤਨਾ ਦੇ ਪ੍ਰਸੰਗ ਵਿੱਚ ਰੂਪਾਂਤਰਣ ਕਰਦਿਆਂ ਨਵੇਂ ਤਰਕ ਸਿਰਜਦੀ ਹੈ। ਇਸੇ ਸੰਬੰਧ ਵਿੱਚ ਉਹਦੀ ਕਵਿਤਾ ਹੈ। ਸਾਡੇ ਮੱਥਿਆਂ ਤੇ ਸਾਡੇ ਵੱਡੇ ਵਡੇਰਿਆਂ ਨੇ ਦਿੱਤੀ ਏ ਗਰੀਬੀ ਜਿਹੜੀ ਪੋਚਣੀ, ਫਸਲਾਂ ਦੇ ਮੱਥੇ ਉੱਤੇ 60-37 ਕਲਰਾਂ ਦੀ ਦੇਣੀ ਹੈ ਕਰਾਹਾਂ ਨੇ ਖਰੋਚਣੀ। ਜਦ ਸਾਡੀ ਵਿੱਥਿਆ ਨੂੰ ਮਿਲਿਆ ਭਰਮਾਂ ਲੋਕ ਹੁੰਗਾਰਾ, ਫਿਰ ਸਮਝਾਂਗੇ ਲੋਕ ਰਾਜ ਦੇ ਕਾਗ ਬਨੇਰੇ ਆਏ। ਹਰ ਕਵੀ ਦਾ ਲੋਕਧਾਰਾ ਦੀ ਵਰਤੋਂ ਦੇ ਸੰਬੰਧ ਵਿੱਚ ਵੱਖਰਾ ਦ੍ਰਿਸ਼ਟੀਕੋਣ ਹੁੰਦਾ ਹੈ।
ਕਵੀ ਨੇ ਲੋਕਧਾਰਾ ਦੇ ਪ੍ਰਗਟਾ ਰੂਪਾਂ ਨੂੰ ਕਿਹੜੇ ਅਰਥਾਂ ਵਿੱਚ ਵਰਤਣਾ ਅਤੇ ਸੰਚਾਰਿਤ ਕਰਨਾ ਹੈ, ਇਹ ਕਵੀ ਦੇ ਜੀਵਨ ਅਨੁਭਵਾਂ ਅਤੇ ਸਮਕਾਲੀ ਸਮੇਂ ਦੀਆਂ ਪ੍ਰਸਥਿਤੀਆਂ ਮੁਤਾਬਕ ਹੁੰਦਾ ਹੈ। ਸੰਤ ਰਾਮ ਉਦਾਸੀ ਵੀ ਆਪਣੀ ਕਾਵਿ ਭਾਸ਼ਾ ਵਿੱਚ ਲੋਕਧਾਰਕ ਰੂਪਾਂ ਦੀ ਵਰਤੋਂ ਸਮਕਾਲੀ ਸਮੇਂ ਦੀਆਂ ਕਰੂਪ ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ ਕਰਦਾ ਹੈ। ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ। ਜੱਗਾ ਪੰਜਾਬੀ ਲੋਕਧਾਰਾ ਦਾ ਲੋਕ ਪ੍ਰਵਾਨਿਤ ਨਾਇਕ ਹੈ, ਜਿਸ ਦੀ ਬਹਾਦਰੀ ਦੀਆਂ ਅਨੇਕਾਂ ਦੰਤ ਕਥਾਵਾਂ ਪ੍ਰਚਲਿਤ ਹਨ, ਜਿਸ ਬਾਰੇ ਇਹ ਧਾਰਨਾ ਲੋਕ ਮਨ ਦਾ ਹਿੱਸਾ ਹੈ ਕਿ ਉਹ ਜਗੀਰਦਾਰਾਂ ਤੇ ਸ਼ਾਹੂਕਾਰਾਂ ਨੂੰ ਲੁੱਟਦਾ ਤੇ ਲੁੱਟਿਆ ਮਾਲ ਗਰੀਬਾਂ ਵਿੱਚ ਵੰਡ ਕੇ ਲੋਕ ਸਮੂਹ ਦੀ ਵਡਿਆਈ ਹਾਸਲ ਕਰਦਾ ਹੈ। ਪਰ ਸੰਤ ਰਾਮ ਉਦਾਸੀ ਦੀ ਕਵਿਤਾ ਜਿਸ ਜੱਗੇ ਨੂੰ ਕਾਵਿ ਨਾਇਕ ਬਣਾ ਕੇ ਪੇਸ਼ ਕਰਦੀ ਹੈ, ਉਸ ਦੀ ਪਛਾਣ ਸਮੇਂ ਦੀਆਂ ਕਰੂਪ ਪ੍ਰਸਥਿਤੀਆਂ ਵਿੱਚ ਗੁਆਚ ਗਈ ਹੈ। ਇੱਥੇ ਕਾਵਿ ਭਾਸ਼ਾ ਜਿਸ ਤਣਾਅ ਨੂੰ ਸਿਰਜ ਰਹੀ ਹੈ, ਉਸ ਵਿੱਚ ਕਾਵਿ ਨਾਇਕ ਮਿੱਥ ਚੇਤਨਾ ਦਾ ਭੰਜਨ ਕਰਦਿਆਂ ਸਮਕਾਲੀ ਯਥਾਰਥ ਨੂੰ ਰੂਪਮਾਨ ਕਰ ਰਿਹਾ ਹੈ। ਸੰਤ ਰਾਮ ਉਦਾਸੀ ਕੋਲ ਤੇਜ਼ੀ ਨਾਲ ਬਦਲ ਰਹੇ ਯੁੱਗ ਦੀ ਨਵੀਨ ਚੇਤਨਾ ਹੈ। ਇਸ ਸਦਕਾ ਹੀ ਉਹ ਬਹੁਤੀ ਵਾਰ ਲੋਕਧਾਰਕ ਰੂਪਾਂ ਨੂੰ ਉਹਨਾਂ ਦੀ ਮਿੱਥ ਚੇਤਨਾ ਨਾਲੋਂ ਤੋੜ ਕੇ ਨਵੇਂ ਯੁੱਗ ਦੇ ਤਰਕ ਵਿਤਰਕ ਅਨੁਸਾਰ ਢਾਲਦਾ ਅਤੇ ਕਾਵਿ ਭਾਸ਼ਾ ਰਾਹੀਂ ਸੰਚਾਰਿਤ ਕਰਦਾ ਹੈ। ਜਿਵੇਂ ਰੌਣ ਦੇ ਹੱਥੀਂ ਹੈ ਸੀਤਾ, ਫਿਰ ਪਕੜਾਈ ਗਈ, ਆਤਮਾ ਦੀ ਲਾਸ਼ ਹੁਣ ਤਾਂ ਫਿਰ ਦਫਨਾਈ ਗਈ, ਦ੍ਰੋਪਦੀ ਦੁਰਯੋਧਨਾ ਦਾ ਚਿੱਤ ਹੈ ਪ੍ਰਚਾਰ ਰਹੀ, ਪਰ ਦੇਖਦੀ ਅਰਜੁਨ ਦੀ ਅੱਖ ਅਣਟਿਠ ਕਰਦੀ ਜਾ ਰਹੀ। ਅਸਲ ਵਿੱਚ ਲੇਖਕ ਲੋਕਧਾਰਾਈ ਵੇਰਵਿਆਂ ਨੂੰ ਆਪਣੀਆਂ ਰਚਨਾਵਾਂ ਵਿੱਚ ਪ੍ਰਮੁੱਖ ਤੌਰ ਤੇ ਦੋ ਵਿਧੀਆਂ ਰਾਹੀਂ ਵਰਤੋਂ ਵਿੱਚ ਲਿਆਉਂਦਾ ਹੈ। ਪਹਿਲੀ ਵਿਧੀ ਰਾਹੀਂ ਲੇਖਕ ਵਿਭਿੰਨ ਸੋਮਿਆਂ ਤੋਂ ਪ੍ਰਾਪਤ ਲੋਕਧਾਰਾਈ ਸਮੱਗਰੀ ਦਾ ਸਿੱਧਾ ਅਨੁਸਰਣ ਕਰਦਾ ਹੈ। ਦੂਜੀ ਵਿਧੀ ਮੂਲ ਪ੍ਰਸੰਗਾਂ ਵਿੱਚ ਤੱਤਾਂ ਦੀ ਵਰਤੋਂ ਨਹੀਂ ਸਗੋਂ ਸ਼ਬਦ ਜੋੜਨਾ ਹੈ। ਤੱਤਾਂ ਦਾ ਇਸ ਤਰ੍ਹਾਂ ਰੂਪਾਂਤਰਣ ਕਰਨਾ ਹੈ ਕਿ ਲੋਕਧਾਰਾਈ ਵੇਰਵੇ ਨਵੇਂ ਪ੍ਰਸੰਗ ਅਤੇ ਨਵੇਂ ਅਰਥ ਗ੍ਰਹਿਣ ਕਰ ਲੈਂਦੇ ਹਨ। ਇਸ ਤਰ੍ਹਾਂ ਲੋਕਧਾਰਾਈ ਵੇਰਵੇ ਰਚਨਾ ਦਾ ਅਰਥ ਸੰਸਾਰ ਸਿਰਜਣ ਵਿੱਚ ਇੱਕ ਸ਼ਕਤੀਸ਼ਾਲੀ ਜੁਗਤ ਵਜੋਂ ਕਾਰਜਸ਼ੀਲ ਹੁੰਦੇ ਹਨ। ਜਦ ਕੱਢ ਕੇ ਵਹੀ ਤੇ ਲੇਖਾ ਮੰਗਿਆ, ਫਿਰ ਕੀ ਜਵਾਬ ਦੇਵੇਂਗਾ। ਲੋਕ ਕਾਵਿ ਟੋਟੇ ਵਿੱਚ ਪੰਜਾਬੀ ਲੋਕ ਮਾਨਸ ਦੇ ਪਰਲੋਕ ਸੰਬੰਧੀ ਸੰਸਿਆਂ ਦੀ ਨਿਸ਼ਾਨਦੇਹੀ ਹੋਈ ਹੈ। ਪਰ ਸੰਤ ਰਾਮ ਉਦਾਸੀ ਕਾਵਿ ਭਾਸ਼ਾ ਦੀਆਂ ਜੁਗਤਾਂ ਰਾਹੀਂ ਮਨੁੱਖੀ ਜੀਵਨ ਜੁਗਤ ਦੇ ਨਵੇਂ ਪੈਮਾਨੇ ਸਿਰਜਦਾ ਨਜ਼ਰ ਆਉਂਦਾ ਹੈ। ਜਿਵੇਂ ਲੋਕਾਂ ਨੂੰ ਪਰਲੋਕਾਂ ਦੇ ਹਰ ਸੰਸੇ ਤੋਂ ਮੁਕਤ ਕਰਾ ਕੇ ਛੱਡਾਂਗੇ ਤ੍ਰੈਲੋਕਾਂ ਨੂੰ। ਇੱਕ ਹੋਰ ਕਵਿਤਾ ਦੀਆਂ ਲਾਈਨਾਂ ਨੇ, ਛੇੜ ਕੇ ਭਰਿੰਡ ਰੰਗੀਆਂ, ਕਿੱਥੇ ਜਾਏਗਾ ਬੂਬਨਿਆ ਸਾਧਾ, ਰਤਾ ਨਾ ਸ਼ਰਮ ਖਾਮਦਾ, ਗੱਲਾਂ ਗੱਲਾਂ 'ਚ ਕਰੀ ਜਾਵੇਂ ਵਾਧਾ। ਉਹਨਾਂ ਨੇ ਕੀ ਜੋਗ ਪਾਵਣਾ, ਜਿਨ੍ਹਾਂ ਮੰਗ ਕੇ ਬਗਾਨਿਆਂ ਦਾ ਖਾਧਾ। ਭਾਸ਼ਾ ਵਾਂਗ ਲੋਕਧਾਰਾ ਵੀ ਕਿਸੇ ਕਵੀ ਲਈ ਵਿਚਾਰਾਂ ਦੇ ਸਮਰੱਥ ਪ੍ਰਗਟਾਵੇ ਦੇ ਮਾਧਿਅਮ ਵਜੋਂ ਵਿਚਰਦੀ ਹੈ। ਲੋਕਧਾਰਾ ਨੂੰ ਸਿਰਜਣਾ ਦੇ ਮਾਧਿਅਮ ਵਜੋਂ ਵਰਤਣ ਪਿੱਛੇ ਸਭ ਤੋਂ ਵੱਡਾ ਕਾਰਨ ਕਵੀ ਦਾ ਪਾਠਕ ਦੇ ਮਨ ਤੱਕ ਪਹੁੰਚਣ ਦਾ ਯਤਨ ਕਰਨਾ ਹੈ। ਸੰਤ ਰਾਮ ਉਦਾਸੀ ਦੀ ਕਵਿਤਾ ਲੋਕ ਧੁਨਾਂ 'ਤੇ ਉਸਰੀ ਹੋਣ ਕਰਕੇ ਪਾਠਕ ਸਰੋਤੇ ਦੇ ਮਨ ਤੱਕ ਆਪਣੀ ਪਹੁੰਚ ਰੱਖਦੀ ਹੈ। ਕਾਵਿ ਭਾਸ਼ਾ ਅੰਦਰਲੀ ਭਾਵੁਕਤਾ ਲੋਕਾਂ ਦੇ ਸਾਂਝੇ ਭਾਵੁਕ ਸੰਸਾਰ ਦਾ ਧਰਾਤਲ ਬਣ ਜਾਂਦੀ ਹੈ। ਜਿਵੇਂ ਇੱਕ ਲੋਕਧਾਰਕ ਵਿਗਿਆਨੀ ਦਾ ਟੂਕ ਹੈ, ਕਥਨ ਟਿੱਪਣੀ ਹੈ, ਇੱਕ ਸੱਭਿਆਚਾਰਕ ਇਕਾਈ ਨਾਲ ਸੰਬੰਧਿਤ ਮਨੁੱਖ ਦੀਆਂ ਮਨੋਭਾਵਕ ਬਣਤਰਾਂ ਦੀ ਸਾਂਝ ਕਹਿੰਦੇ ਹਨ। ਇਹਨਾਂ ਸਾਂਝਾਂ ਦੀਆਂ ਜੜ੍ਹਾਂ ਸੰਬੰਧਿਤ ਕੌਮੀਅਤ ਦੇ ਧੁਰ ਅਵਚੇਤਨ ਤੱਕ ਸਮਾਈਆਂ ਹੁੰਦੀਆਂ ਹਨ। ਸਮੂਹਿਕ ਅਵਚੇਤਨ ਅਤੇ ਭਾਵ ਲੋਕ ਦੀ ਇਸ ਸਾਂਝ ਵਾਲੇ ਲੋਕਾਂ ਦੇ ਆਪਣੇ ਜੀਵਨ ਦੇ ਬੁਨਿਆਦੀ ਮਸਲਿਆਂ ਪ੍ਰਤੀ ਸਮੂਹਿਕ ਹੁੰਗਾਰੇ ਵੀ ਲਗਭਗ ਸਾਂਝੇ ਹੁੰਦੇ। ਸੋ ਉਦਾਸੀ ਦੀ ਕਵਿਤਾ ਵੀ ਕਾਵਿ ਜੁਗਤਾਂ ਰਾਹੀਂ ਮਨੁੱਖੀ ਭਾਵਾਂ ਨੂੰ ਸੰਗਠਿਤ ਕਰਨ ਦਾ ਕੰਮ ਕਰਦੀ ਹੈ ਅਤੇ ਇਸ ਏਕੇ ਨੂੰ ਸੰਘਰਸ਼ ਦੇ ਰਾਹ ਤੋਰਦੀ ਹੈ। ਕਿੱਥੇ ਬੰਦਾ ਜੰਮਦਾ ਸੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ, ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ। ਸੋ ਇਸ ਤਰ੍ਹਾਂ ਸੰਤ ਰਾਮ ਉਦਾਸੀ ਦੀ ਕਵਿਤਾ ਪੰਜਾਬ ਦੀ ਲੋਕਧਾਰਾਈ ਪਰੰਪਰਾ ਦੇ ਨਜ਼ਦੀਕ ਰਹਿ ਕੇ ਲੋਕ ਮਾਨਸ ਵਿੱਚ ਮਕਬੂਲ ਹੋਈ ਹੈ। ਸੰਤ ਰਾਮ ਉਦਾਸੀ ਨੇ ਲੋਕਧਾਰਕ ਸਮੱਗਰੀ ਨੂੰ ਕਾਵਿ ਭਾਸ਼ਾ ਰਾਹੀਂ ਅਲੱਗ-ਅਲੱਗ ਨੁਕਤਾ ਨਿਗਾਹ ਤੋਂ ਵਰਤ ਕੇ ਕਾਵਿ ਭਾਸ਼ਾ ਦੀ ਸੁਹਜਾਤਮਕ ਸਮਰੱਥਾ ਵਿੱਚ ਚੌਗਣਾ ਵਾਧਾ ਕੀਤਾ ਹੈ ਅਤੇ ਕਵਿਤਾ ਰਾਹੀਂ ਨਵੇਂ ਅਰਥਾਂ ਨੂੰ ਸੰਚਾਰਿਤ ਕੀਤਾ ਹੈ। ਧੰਨਵਾਦ।